ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਦੇ ਹਾਂ। ਲੰਘੇ ਕੱਲ ਪੰਜਾਬ ਦੇ ਵਿੱਚ ਕਿਣਮਣ ਕਈ ਥਾਵਾਂ ਦੇ ਉੱਤੇ ਹੋਈ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਬਹੁਤ ਜ਼ੋਰਦਾਰ ਮੀਂਹ ਪਿਆ, ਨਾ ਹੀ ਦਰਮਿਆਨੇ ਪੱਧਰ ਦਾ ਮੀਂਹ ਪਿਆ, ਪਰ ਹਾਂ ਰੁਕ ਰੁਕ ਕੇ ਚਾਦਰ ਭਿਉਂਦਾ ਮੀਂਹ ਪੈਂਦਾ ਰਿਹਾ ਤੇ ਸੜਕਾਂ ਗਿੱਲੀਆਂ ਰਹੀਆਂ। ਪਰ ਇਹਦੇ ਨਾਲ ਠੰਡ ਹੋਰ ਉਤਰ ਆਈ ਹੈ। ਠੰਡ ਪੰਜਾਬ ਦੇ ਵਿੱਚ ਸੀਤ ਲਹਿਰ ਦੇ ਰੂਪ ਦੇ ਵਿੱਚ ਲਗਾਤਾਰ ਵੱਧ ਰਹੀ ਹੈ ਤੇ ਪੰਜਾਬ ਦੇ ਵਿੱਚ 14 ਤੇ 15 ਤਰੀਕ ਨੂੰ ਮੌਸਮ ਵਿਭਾਗ ਨੇ ਕਿਹਾ ਵੀ ਧੁੰਦ ਬੇਹੱਦ ਪੈਣੀ ਆ। ਤੇ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਠੰਡ ਦੇ ਕਰਕੇ ਲੋਕਾਂ ਦੇ ਨੁਕਸਾਨ ਬਹੁਤ ਹੋ ਰਹੇ ਆ, ਬਜ਼ੁਰਗਾਂ ਦੇ ਵੀ ਤੇ ਬੱਚਿਆਂ ਦੇ ਵੀ। ਤੇ ਪਰ ਇੱਕ ਬੇਨਤੀ ਇਹ ਆ ਵੀ ਆਪਾਂ ਧੁੰਦ ਦੇ ਵਿੱਚ ਗੱਡੀ ਸੰਭਲ ਕੇ ਚਲਾਈਏ। ਇਹ ਵਾਰ-ਵਾਰ ਅਸੀਂ ਹੱਥ ਜੋੜ ਕੇ ਇਸ ਕਰਕੇ ਬੇਨਤੀ ਕਰ ਰਹੇ ਹਾਂ ਕਿਉਂਕਿ ਤੁਹਾਡੀ ਸਾਡੀ ਪਰਿਵਾਰਕ ਸਾਂਝ ਆ। ਨੁਕਸਾਨ ਕਿਸੇ ਦਾ ਵੀ ਹੋਵੇ, ਪੀੜ ਪੂਰੇ ਪੰਜਾਬੀਆਂ ਦੇ ਹੁੰਦੀ ਹੈ ਵੀ ਭਾਈ ਸਾਡਾ ਆਪਣਾ ਟੱਬਰ ਦਾ ਜੀ ਕੋਈ ਤੁਰ ਗਿਆ। ਲੰਘੇ ਕੱਲ ਸੁਨਾਮ ਦੇ ਵੱਲ ਇੱਕ ਪਿੰਡ ਆ ਖਡਿਆਲ ਕੋਠੇ ਆਲਾ ਸਿੰਘ। ਇਸ ਪਿੰਡ ਦੇ 5 ਲੋਕਾਂ ਦੀ ਮੌਤ ਦੀ ਖਬਰ ਆਈ ਹੈ। ਇਸ ਪਿੰਡ ਦੇ ਜਿਹੜੇ ਲੋਕ ਆ ਉਹ ਗਏ ਸੀ ਇੱਕ ਲੋਹੜੀ ਦੇ ਪ੍ਰੋਗਰਾਮ ਤੇ। ਲੋਹੜੀ ਦੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸੀਗੇ ਤੇ 5 ਜਣਿਆਂ ਦੀ ਮੌਤ ਹੋਈ ਆ। ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਕਾਰ ਤੇ ਇੱਕ ਜਣਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ। ਸੋ ਆਪਾਂ ਸਮਝ ਸਕਦੇ ਹਾਂ ਵੀ ਜਿਹੜੇ ਘਰ ਦੇ ਵਿੱਚੋਂ ਖੁਸ਼ੀਆਂ ਉੱਡ ਗਈਆਂ ਖੰਭ ਲਾ ਕੇ, ਉੱਥੇ ਕਦੇ ਖੁਸ਼ੀਆਂ ਦਾ ਛੇਤੀ ਕਿਤੇ ਪਸਾਰਾ ਹੋਣਾ ਨਹੀਂ। ਇਸੇ ਕਰਕੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਧੁੰਦ ਦੇ ਇਹਨਾਂ ਦਿਨਾਂ ਦੇ ਵਿੱਚ ਆਪਣੀ ਗੱਡੀ ਨੂੰ ਸੰਭਲ ਕੇ ਚਲਾਓ। ਬਹੁਤੀ ਵਾਰ ਤੁਸੀਂ ਸਹੀ ਵੀ ਹੋ ਸਕਦੇ ਆ, ਪਰ ਸਾਡੇ ਪੰਜਾਬ ਦੇ ਵਿੱਚ ਕਿਹੜਾ ਕੋਈ ਸੋਚਿਆ ਜਾਂਦਾ, ਭਾਰਤ ਦੇ ਵਿੱਚ ਸੋਚਿਆ ਜਾਂਦਾ ਵੀ ਅਸੀਂ ਟਰੱਕ ਵਿਚਾਲੇ ਖੜਾ ਕਰਨਾ ਕਿ ਸਾਈਡ ਤੇ ਖੜਾ ਕਰਨਾ, ਅਸੀਂ ਬੱਸ ਸੜਕ ਦੇ ਵਿਚਾਲੇ ਖੜੀ ਕਰਨੀ ਹੈ ਕਿ ਸਾਈਡ ਤੇ ਫੁੱਟਪਾਥ ਤੇ ਲਾ ਕੇ ਖੜੀ ਕਰਨੀ ਆ, ਅਸੀਂ ਜਿਹੜੀ ਗੰਨੇ ਨਾਲ ਭਰੀ ਟਰਾਲੀ ਕਿੱਥੇ ਖੜੀ ਕਰਨੀ ਆ, ਅਸੀਂ ਰੋਡ ਰੋਲਰ ਆ ਜਿਹੜਾ ਉਹ ਕਿੱਥੇ ਖੜਾ ਕਰਨਾ। ਜਿਹਦਾ ਚਿੱਤ ਕਰਦਾ ਸੜਕ ਦੇ ਵਿਚਾਲੇ ਚੀਜ਼ ਲਾ ਦਿੰਦਾ, ਉਧਰਲੇ ਪਾਸਿਓਂ ਤੇਜ਼ ਰਫ਼ਤਾਰ ਦੇ ਵਿੱਚ ਚੀਜ਼ ਆਉਂਦੀ ਹੁੰਦੀ ਆ, ਉਹ ਟਕਰਾ ਜਾਂਦੀ ਆ, ਬਾਅਦ ਦੇ ਵਿੱਚ ਜਾਨੀ ਨੁਕਸਾਨ ਕਿਸੇ ਵੀ ਧਿਰ ਦਾ ਹੋ ਸਕਦਾ। ਸੋ ਬੇਨਤੀ ਆ ਭਾਈ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੀਏ। ਦੋਵੇਂ ਧਿਰਾਂ ਹੀ ਜੇਕਰ ਸੰਭਲ ਕੇ ਗੱਡੀ ਚਲਾਉਣਗੀਆਂ ਜ਼ਿੰਦਗੀ ਦਾ ਤਾਂ ਬਚਾਅ ਹੋਣਾ। ਮੰਨ ਲਓ ਕਿ ਮੈਂ ਅੰਨ੍ਹੇਵਾਹ ਆ ਰਿਹਾ, ਤੁਸੀਂ ਬਚ ਕੇ ਵੀ ਆ ਰਹੇ ਆ, ਮੈਂ ਤੁਹਾਡੇ ਵਿੱਚ ਚੀਜ਼ ਮਾਰਤੀ ਜਾਂ ਮੇਰਾ ਨੁਕਸਾਨ ਹੋਊਗਾ ਜਾਂ ਤੁਹਾਡਾ ਹੋਊਗਾ। ਦੋਵੇਂ ਧਿਰਾਂ ਦੇ ਲਈ ਹੀ ਸੰਭਲ ਕੇ ਚੱਲਣਾ ਬਹੁਤ ਜ਼ਰੂਰੀ ਹੈ। ਸੋ ਸਾਰਿਆਂ ਦੀ ਜ਼ਿੰਦਗੀ ਸਲਾਮਤ ਰਹੇ, ਸਾਰੇ ਤੰਦਰੁਸਤ ਰਹਿਣ ਤੇ ਗੱਡੀਆਂ ਸੰਭਲ ਕੇ ਚਲਾਈਏ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਸਿੱਖ ਫੌਜੀਆਂ ਨਾਲ ਸੰਬੰਧਿਤ। ਸਿੱਖ ਫੌਜੀਆਂ ਨੇ ਵੱਖ-ਵੱਖ ਜੰਗਾਂ ਦੇ ਵਿੱਚ ਕਿੰਨਾ ਮਹੱਤਵਪੂਰਨ ਯੋਗਦਾਨ ਪਾਇਆ, ਕਿਵੇਂ ਉਹਨਾਂ ਨੇ ਜਾਨ ਦੀ ਬਾਜ਼ੀ ਲਾਈ। ਸਲਾਮ ਕਰਦੇ ਹਾਂ, ਕੁੱਲ ਦੁਨੀਆ ਸਲਾਮ ਕਰਦੀ ਹੈ। ਵੈਸੇ ਤਾਂ ਭਾਵੇਂ ਉਹ ਫੌਜੀ ਕਿਸੇ ਵੀ ਥਾਂ ਦਾ ਵੀ ਹੋਵੇ, ਭਾਵੇਂ ਉਹ ਕੋਈ ਯੂਪੀ ਦਾ ਫੌਜੀ ਵੀਰ ਹੈ, ਭਾਵੇਂ ਹਰਿਆਣੇ ਦਾ ਫੌਜੀ ਵੀਰ ਹੈ, ਭਾਵੇਂ ਉਹ ਆਂਧਰਾ ਪ੍ਰਦੇਸ਼ ਦਾ ਫੌਜੀ ਵੀਰ ਹੈ, ਸਾਨੂੰ ਆਪਣੇ ਫੌਜੀ ਵੀਰਾਂ ਦੇ ਉੱਤੇ ਮਾਣ ਆ ਜਿਹੜੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰਾਖੀ ਕਰਦੇ ਆ, ਜਿਹੜੇ ਸਰਹੱਦਾਂ ਦੇ ਉੱਤੇ ਰਾਖੀ ਕਰਦੇ ਆ, ਜਿਨ੍ਹਾਂ ਦੇ ਵੱਲੋਂ ਦਿਨ ਰਾਤ ਜਾਗਣ ਦੇ ਕਰਕੇ, ਬਰਫ਼ ਦੇ ਵਿੱਚ ਖੜ ਕੇ ਰਾਖੀ ਕਰਨ ਦੇ ਕਰਕੇ, ਗਰਮੀਆਂ ਦੇ ਵਿੱਚ ਰਾਖੀ ਕਰਨ ਦੇ ਕਰਕੇ, ਹਨੇਰੇ ਸਵੇਰੇ ਰਾਖੀ ਕਰਨ ਦੇ ਕਰਕੇ ਤੇ ਅਸੀਂ ਸਾਰੇ ਸੁੱਖ ਦੀ ਨੀਂਦ ਸੌਂਦੇ ਆ। ਸਾਨੂੰ ਆਪਣੇ ਫੌਜੀਆਂ ਦੇ ਉੱਤੇ ਮਾਣ ਸੀ ਵੀ, ਹੈ ਵੀ ਤੇ ਰਹੂਗਾ ਵੀ। ਪਰ ਹੁਣ ਇੱਕ ਨਵਾਂ ਵਿਵਾਦ ਪੈਦਾ ਹੋ ਗਿਆ ਕਿਉਂਕਿ ਸਿੱਖ ਫੌਜੀਆਂ ਦੇ ਲਈ ਹੈਲਮਟ ਜ਼ਰੂਰੀ ਕਰਾਰ ਦਿੱਤਾ ਜਾ ਰਿਹਾ। ਕੇਂਦਰ ਦੇ ਰੱਖਿਆ ਵਿਭਾਗ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੇ ਸਿੱਖ ਫੌਜੀ ਆ ਉਹਨਾਂ ਵਾਸਤੇ ਹੈਲਮਟ ਤਿਆਰ ਕੀਤਾ ਜਾ ਰਿਹਾ। ਉਹ ਹੈਲਮਟ ਸਿੱਖ ਫੌਜੀ ਆਪਣੇ ਸਿਰ ਦੇ ਉੱਤੇ ਪਾ ਕੇ ਰੱਖਿਆ ਕਰਨਗੇ ਔਨ ਡਿਊਟੀ। ਹੁਣ ਇਸ ਗੱਲ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਕਿਉਂਕਿ ਜਿਹੜੇ ਸਿੱਖ ਫੌਜੀ ਆ ਉਹਨਾਂ ਦੀ ਇੱਕ ਵੱਖਰੀ ਪਛਾਣ ਆ। ਦਸਤਾਰ ਕੋਈ 5, 7, 10 ਮੀਟਰ ਦਾ ਕੱਪੜਾ ਨਹੀਂ ਹੈਗਾ। ਦਸਤਾਰ ਦੀ ਇੱਕ ਵੱਖਰੀ ਇੱਕ ਅੱਡਰੀ ਪਛਾਣ ਆ, ਇਹਦੀ ਇੱਕ ਵੱਖਰੀ ਅਹਿਮੀਅਤ ਆ। ਤੇ ਭਾਵੇਂ ਲੱਖ ਫੌਜੀ ਜਵਾਨ ਖੜਾ ਹੋਵੇ, ਉਹਦੇ ਵਿੱਚ ਜੇਕਰ 10 ਫੌਜੀ ਵੀਰ ਵੀ ਹੋਣਗੇ ਸਿੱਖ ਭਾਈਚਾਰੇ ਵਾਲੇ ਜਿਨ੍ਹਾਂ ਨੇ ਦਸਤਾਰ ਸਜਾਈ ਆ, ਉਹ ਲੱਖ ਦੇ ਵਿੱਚੋਂ 10 ਵੱਖਰੇ ਦਿਸਣਗੇ। ਇਸ ਕਰਕੇ ਦਸਤਾਰ ਦੀ ਅਹਿਮੀਅਤ ਨੂੰ ਕਦੇ ਕੋਈ ਵੀ ਜ਼ਿੰਦਗੀ ਦੇ ਵਿੱਚ ਘਟਾ ਕੇ ਨਹੀਂ ਦੇਖ ਸਕਦਾ। ਅਸੀਂ ਵਾਰ-ਵਾਰ ਇਹ ਵੀ ਗੱਲ ਕਹਿੰਦੇ ਹੁੰਦੇ ਆ ਵੀ ਜਿਹੜੇ ਬੰਦੇ ਨੂੰ ਦਸਤਾਰ ਦੀ ਅਹਿਮੀਅਤ ਦਾ ਪਤਾ ਨਹੀਂਗਾ, ਉਹਦੇ ਲਈ ਟੋਪੀ ਦੇ ਤੌਰ ਦੇ ਉੱਤੇ ਦਸਤਾਰ ਨਾ ਵਰਤੀ ਜਾਵੇ। ਦਿੱਲੀ ਦੇ ਵਿੱਚੋਂ ਕੋਈ ਨੇਤਾ ਉਹਦਾ ਬੰਨੀ ਬਣਾਈ ਪੱਗ ਉਹਦੇ ਸਿਰ ਤੇ ਰੱਖ ਦਿੰਦੇ ਆ, ਉਹ 5 ਮਿੰਟ ਰੱਖਦਾ, ਬਾਅਦ ਦੇ ਵਿੱਚ ਲਾ ਕੇ ਫੜਾ ਦਿੰਦਾ। ਇਹ ਦਸਤਾਰ ਦੀ ਬੇਅਦਬੀ ਵਾਲੀ ਗੱਲ ਆ। ਦਸਤਾਰ ਦੀ ਅਹਿਮੀਅਤ ਨੂੰ ਸਮਝ ਕੇ ਫਿਰ ਦਸਤਾਰ ਨਾਲ ਜਦੋਂ ਜੁੜ ਗਏ ਤੇ ਵਿਅਕਤੀਤਵ ਦੇ ਵਿੱਚ, ਕਿਰਦਾਰ ਦੇ ਵਿੱਚ ਤਬਦੀਲੀਆਂ ਵੀ ਲੈ ਕੇ ਆਏ। ਪਰ ਜਿਹੜੀ ਇਸ ਵੇਲੇ ਵਿਵਾਦ ਵਾਲੀ ਗੱਲ ਆ ਉਹ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਅਸੀਂ ਇਸ ਫੈਸਲੇ ਨੂੰ ਮਨਜ਼ੂਰ ਨਹੀਂ ਕਰ ਸਕਦੇ। ਇਹ ਤਾਂ ਦਸਤਾਰ ਦੀ ਬੇਅਦਬੀ ਵਾਲੀ ਗੱਲ ਆ, ਇਹ ਤਾਂ ਸਿੱਖ ਮਰਿਆਦਾ ਦੇ ਉਲਟ ਗੱਲ ਹੈ ਕਿਉਂਕਿ ਹੁਣ ਤੱਕ ਇੱਦਾਂ ਕਦੇ ਹੋਇਆ ਨਹੀਂਗਾ। ਲੰਘੇ ਵੇਲੇ ਦੇ ਵਿੱਚ ਜਿੰਨੀਆਂ ਵੀ ਜੰਗਾਂ ਲੜੀਆਂ ਗਈਆਂ ਉਹਦੇ ਵਿੱਚ ਸਿੱਖ ਫੌਜੀਆਂ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਹੈ। ਉਹਨਾਂ ਦਾ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਨਾਂ ਲਿਖਿਆ ਗਿਆ। ਤੇ ਜੇਕਰ ਭਾਈ ਤੁਸੀਂ ਹੈਲਮਟ ਕਹੋਗੇ ਵੀ ਪਹਿਲਾਂ ਪਟਕਾ ਬੰਨ੍ਹ ਲਓ ਆਪਦੇ ਸਿਰ ਦੇ ਉੱਤੇ ਤੇ ਬਾਅਦ ਦੇ ਵਿੱਚ ਹੈਲਮਟ ਰੱਖ ਲਓ, ਜਾਂ ਜੇਕਰ ਤੁਸੀਂ ਦਸਤਾਰ ਸਜਾਈ ਆ ਉਸ ਰੂਪ ਦੇ ਵਿੱਚ ਹੈਲਮਟ ਨੂੰ ਡਿਜ਼ਾਈਨ ਕੀਤਾ ਜਾਊਗਾ ਵੀ ਭਾਈ ਤੁਹਾਨੂੰ ਬਚਾਅ ਕਰੂਗਾ। ਉਹਨਾਂ ਨੇ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਿ ਜੰਗਾਂ ਇਸ ਤੋਂ ਪਹਿਲਾਂ ਵੀ ਲੜੀਆਂ, ਸ਼ਹੀਦ ਸਾਡੇ ਜਵਾਨ ਪਹਿਲਾਂ ਵੀ ਹੋਏ ਆ, ਪਰ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਹੈਲਮਟ ਨਹੀਂ ਪਹਿਨਣਾ। ਪਰ ਜਿਹੜੀ ਕੰਪਨੀ ਕਾਨਪੁਰ ਦੀ ਆ ਉਹਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਆਰਡਰ ਨੂੰ ਕਬੂਲ ਕਰ ਲਿਆ, ਅਸੀਂ ਹੈਲਮਟ ਬਣਾਉਣਾ ਤਿਆਰ ਕਰ ਦਿੱਤਾ।
ਇਹ ਹੈਲਮਟ ਨੂੰ ਵੀਰ ਨਾਂ ਦਿੱਤਾ ਗਿਆ। ਵੀਰ ਨਾਂ ਦਾ ਇਹ ਹੈਲਮਟ ਹੈ। ਇਹਦੇ ਬਾਰੇ ਗੱਲ ਕਹੀ ਗਈ ਹੈ ਕਿ ਇਹ ਫੌਜੀ ਵੀਰ ਆ, ਜਿਹੜੇ ਸਿੱਖ ਫੌਜੀ ਵੀਰ, ਉਹ ਜਦੋਂ ਪਹਿਨ ਲਿਆ ਕਰਨਗੇ ਤੇ ਗੋਲੀ ਤੋਂ ਵੀ ਬਚਾਊਗਾ ਤੇ ਇਹ ਰਸਾਇਣਿਕ ਹਮਲੇ ਤੋਂ ਵੀ ਬਚਾਊਗਾ ਤੇ ਹੋਰ ਵੀ ਕਈ ਤਰੀਕੇ ਦੇ ਨਾਲ ਪੂਰੇ ਸਿਰ ਦੀ ਰੱਖਿਆ ਕਰਿਆ ਕਰੂਗਾ। ਪਰ ਇਸ ਗੱਲ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਜਥੇਬੰਦੀਆਂ ਨੇ ਗੱਲ ਕਹੀ ਹੈ ਵੀ ਇਹ ਫੈਸਲਾ ਪ੍ਰਵਾਨ ਨਹੀਂ ਹੋ ਸਕਦਾ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਕੇਂਦਰ ਦੀ ਸਰਕਾਰ ਨੂੰ ਆਪਣੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ। ਇਹਦੇ ਮੁਤਲਕ ਪਤਾ ਲੱਗਾ ਜੀ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਦੀ ਸਰਕਾਰ ਨੂੰ ਚਿੱਠੀ ਵੀ ਲਿਖੀ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰੀ ਵੀ ਇਸ ਗੱਲ ਦੇ ਉੱਤੇ ਥੋੜੇ ਜਿਹੇ ਗਰਮ ਹੋਏ ਆ ਵੀ ਭਾਈ ਇਦਾਂ ਦੇ ਫੈਸਲੇ ਹੋਣੇ ਨਹੀਂ ਚਾਹੀਦੇ। ਅਸਲ ਦੇ ਵਿੱਚ ਇਹ ਮੁੱਦਾ ਪੁਰਾਣਾ, ਸਿੱਖ ਫੌਜੀਆਂ ਨੂੰ ਹੈਲਮਟ ਪਹਿਨਾਉਣ ਦਾ ਇੱਕ ਪੁਰਾਣਾ ਮੁੱਦਾ ਹੈਗਾ, ਪਰ ਇਹ ਮੁੱਦਾ ਹੁਣ ਤੱਕ ਲਟਕਿਆ ਆਇਆ। ਹੁਣ ਜਦੋਂ ਇੱਕਦਮ ਫਿਰ ਇਸ ਮੁੱਦੇ ਦੀ ਗੱਲ ਚੱਲੀ ਹੈ ਤੇ ਕਾਨਪੁਰ ਦੀ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਤਾਂ ਇਹ ਮਾਮਲਾ ਫਿਰ ਵਿਵਾਦਾਂ ਦੇ ਵਿੱਚ ਆ ਗਿਆ। ਕੀ ਆਉਂਦੇ ਸਮੇਂ ਦੇ ਵਿੱਚ ਸਿੱਖ ਫੌਜੀਆਂ ਨੂੰ ਹੈਲਮਟ ਪਹਿਨਣੇ ਪੈਣਗੇ? ਕੀ ਇਹ ਲਾਜ਼ਮੀ ਹੀ ਕਰਾਰ ਦੇ ਦਿੱਤੇ ਜਾਣਗੇ ਜਾਂ ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਦੇ ਵਿਰੋਧ ਦੇ ਸਦਕਾ ਇਹ ਫੈਸਲਾ ਵਾਪਸ ਲੈ ਲਿਆ ਜਾਊਗਾ? ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਦੇ ਰੱਖਿਆ ਵਿਭਾਗ ਵੱਲੋਂ ਫੌਜ ਅੰਦਰ ਸੇਵਾ ਨਿਭਾ ਰਹੇ ਸਿੱਖ ਫੌਜੀਆਂ ਲਈ ਨਵੀਂ ਲੋਹ ਟੋਪ ਨੀਤੀ ਲਿਆਉਣ ਦੇ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ। ਇਸ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਫੈਸਲਾ ਵਾਪਸ ਲੈਣ ਵਾਸਤੇ ਕਿਹਾ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਭਾਰਤੀ ਫੌਜ ਦੇ ਵਿੱਚ ਕਾਰਜਸ਼ੀਲ ਸਿੱਖਾਂ ਲਈ ਵਿਸ਼ੇਸ਼ ਹੈਲਮਟ ਲਾਗੂ ਕਰਨ ਦੇ ਫੈਸਲੇ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਤੇ ਸਿੱਖ ਮਰਿਆਦਾ ਨੂੰ ਢਾਹ ਲੱਗੇਗੀ। ਉਹਨਾਂ ਨੇ ਕਿਹਾ ਕਿ ਸਿੱਖ ਮਰਿਆਦਾ ਮੁਤਾਬਕ ਦਸਤਾਰ ਸਿੱਖ ਲਈ ਕੇਵਲ ਕੱਪੜਾ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਲਖਾਇਕ ਹੋਣ ਦੇ ਨਾਲ ਅਧਿਆਤਮਿਕਤਾ ਤੇ ਸਿਧਾਂਤਕ ਮਹੱਤਵ ਵਾਲੀ ਵੀ ਹੈ। ਦਸਤਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਸਿੱਖੀ ਗੌਰਵ ਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਨੂੰ ਵੀ ਦਰਸਾਉਂਦੀ ਹੈ। ਉਹਨਾਂ ਨੇ ਕਿਹਾ ਕਿ ਕਿਸੇ ਵੀ ਸਿੱਖ ਸਿਪਾਹੀ ਨੂੰ ਲੋਹ ਟੋਪ ਪਾਉਣ ਦਾ ਹੁਕਮ ਸਿੱਖ ਰਹਿਣੀ ਨੂੰ ਚੁਣੌਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਫੌਜੀਆਂ ਨੂੰ ਲੋਹ ਟੋਪ ਪਾਉਣ ਵਾਲਾ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਦੇ ਉੱਤੇ ਵੱਡੀ ਸੱਟ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਬੀਤੇ ਸਮੇਂ ਦੇ ਵਿੱਚ ਲੜੀਆਂ ਗਈਆਂ ਜੰਗਾਂ ਦੌਰਾਨ ਸਿੱਖਾਂ ਵੱਲੋਂ ਦਸਤਾਰਧਾਰੀ ਹੋ ਕੇ ਲੜਨਾ ਅਹਿਮ ਮਿਸਾਲਾਂ ਨੇ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਵਿੱਚ ਸਿੱਖ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ ਤੇ ਪੰਜਾਬ ਰੈਜੀਮੈਂਟ ਸਿੱਖ ਪਛਾਣ ਦਾ ਉਹ ਅੰਗ ਰਹੇ ਨੇ ਜਿਨ੍ਹਾਂ ਨੇ ਸਿੱਖੀ ਗੌਰਵ ਨੂੰ ਕਾਇਮ ਰੱਖਦਿਆਂ ਦੇਸ਼ ਦੀ ਸੇਵਾ ਕੀਤੀ ਹੈ। ਐਡਵੋਕੇਟ ਧਾਮੀ ਨੇ ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਸਿੱਖ ਫੌਜੀਆਂ ਦੇ ਲਈ ਲਿਆਂਦੀ ਜਾ ਰਹੀ ਇਹ ਲੋਹ ਟੋਪ ਨੀਤੀ ਨੂੰ ਤੁਰੰਤ ਵਾਪਸ ਲੈਣ ਤਾਂ ਜੋ ਰੱਖਿਆ ਸੇਵਾਵਾਂ ਦੇ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਬਰਕਰਾਰ ਰਹੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਇਹ ਕਹਾਂਗੇ ਵੀ ਜਿਸ ਤਰੀਕੇ ਦੇ ਨਾਲ ਹੁਣ ਤੱਕ ਸਾਡੇ ਸਿੱਖ ਜਵਾਨਾਂ ਨੇ, ਸਿੱਖ ਫੌਜੀਆਂ ਨੇ ਯੋਗਦਾਨ ਪਾਇਆ ਰੱਖਿਆ ਦੇ ਵਿੱਚ, ਹੋਰ ਵੱਖ-ਵੱਖ ਕੰਮਾਂ ਦੇ ਵਿੱਚ, ਉਹਨੂੰ ਨਾ ਤਾਂ ਕਦੇ ਕੋਈ ਭੁਲਾ ਸਕਿਆ ਤੇ ਜੇਕਰ ਕੋਈ ਵਕਤੀ ਤੌਰ ਦੇ ਉੱਤੇ ਜਾਣਬੁੱਝ ਕੇ ਘੇਸਲ ਜੀ ਮਾਰ ਕੇ ਕਵੇ ਜੀ ਕਿ ਮੈਂ ਤਾਂ ਇਸ ਯੋਗਦਾਨ ਨੂੰ ਇਗਨੋਰ ਕਰਦਾ, ਅਨਡਿਟ ਕਰਦਾ, ਤਾਂ ਉਹਦੇ ਵਿੱਚ ਵੀ ਇੰਨੀ ਹਿੰਮਤ ਨਹੀਂ ਕਿ ਉਹ ਕਰ ਸਕੇ। ਇਹ ਉਹ ਵੇਲਾ ਜਦੋਂ ਸਾਨੂੰ ਸਿੱਖਾਂ ਦੇ ਉੱਤੇ, ਵੈਸੇ ਤਾਂ ਸਮੁੱਚੀ ਲੋਕਾਈ ਦੇ ਉੱਤੇ, ਹਰ ਵਰਗ ਦੇ ਉੱਤੇ, ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੋਇਆ ਵਿਅਕਤੀ ਆ, ਉਹਦੇ ਉੱਤੇ ਮਾਣ ਕਰਨਾ ਬਣਦਾ। ਕਿਉਂਕਿ ਫੌਜੀ ਦੀ ਕੋਈ ਜਾਤ, ਕੋਈ ਧਰਮ, ਕੋਈ ਰੰਗ, ਕੋਈ ਭੇਦ ਦੀ ਗੱਲ ਨਹੀਂ ਹੋਣੀ ਚਾਹੀਦੀ। ਜਿਹੜਾ ਬੰਦਾ ਦੇਸ਼ ਦੀ ਰਾਖੀ ਵਾਸਤੇ ਮੈਦਾਨ ਦੇ ਵਿੱਚ ਕੁੱਦ ਪਿਆ, ਉਹ ਭਾਵੇਂ ਸਿੱਖ ਵੀਰ ਆ ਤੇ ਭਾਵੇਂ ਉਹ ਕਿਸੇ ਹੋਰ ਧਰਮ ਨਾਲ ਜੁੜਿਆ ਹੋਇਆ, ਉੱਥੇ ਧਰਮ ਦੀ ਗੱਲ ਇੱਕ ਪਾਸੇ ਤੇ ਫਿਰ ਉਹ ਜ਼ਿੰਦਗੀ ਦੀ ਜਾਨ ਦੀ ਬਾਜ਼ੀ ਜਿਵੇਂ ਲਾਉਂਦਾ, ਉਹਨੂੰ ਸਲਾਮ ਕਰਨੀ ਬਣਦੀ ਆ। ਪਰ ਇਹ ਗੱਲ ਜ਼ਰੂਰ ਸੋਚਣੀ ਬਣਦੀ ਆ ਵੀ ਜਿਹੜੀ ਨੀਤੀ ਹੁਣ ਕੇਂਦਰ ਦੀ ਸਰਕਾਰ ਰੱਖਿਆ ਵਿਭਾਗ ਲੈ ਕੇ ਆ ਰਿਹਾ, ਇਹਨੂੰ ਪ੍ਰਵਾਨ ਕਰਨ ਵਾਲਿਆਂ ਦੀ ਗਿਣਤੀ ਕਿੰਨੀ ਹੈ ਤੇ ਅਪ੍ਰਵਾਨ ਕਰਨ ਵਾਲਿਆਂ ਦੀ ਕਿੰਨੀ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਖਤਰਾ ਬਹੁਤ ਹੁੰਦਾ, ਪਰ ਇਹ ਵੀ ਤਾਂ ਗੱਲ ਸੱਚੀ ਹੈ ਕਿ ਸਿੱਖਾਂ ਦੀ ਇੱਕ ਵੱਖਰੀ ਪਛਾਣ ਆ। ਜੇ ਮੰਨ ਲਓ 1 ਲੱਖ ਫੌਜੀ ਖੜਾ, ਉਹਨਾਂ ਸਾਰਿਆਂ ਨੇ ਹੈਲਮਟ ਪਾਏ ਆ ਤੇ ਉਹਦੇ ਵਿੱਚ ਸਿੱਖ ਭਾਈਚਾਰੇ ਨੇ ਵੀ ਹੈਲਮਟ ਪਾ ਲਿਆ, ਸਿਰ ਦੇ ਉੱਤੇ ਦਸਤਾਰ ਦੀ ਥਾਂ ਦੇ ਉੱਤੇ ਪਟਕਾ ਬੰਨਿਆ ਤੇ ਉਹਦੇ ਉੱਤੇ ਤੁਸੀਂ ਆਪਦਾ ਹੈਲਮਟ ਪਾ ਲਿਆ, ਤੇ ਨਾ ਪਤਾ ਲੱਗੇ ਜੀ ਕਿ ਨਾਗਾਲੈਂਡ ਦਾ ਬੰਦਾ, ਤੇ ਨਾ ਪਤਾ ਲੱਗੇ ਜੀ ਇਹ ਪੰਜਾਬ ਦਾ ਬੰਦਾ, ਨਾ ਪਤਾ ਇਹ ਲੱਗਣਾ ਜੀ ਕਿ ਮਹਾਰਾਸ਼ਟਰ ਦਾ ਵਿਅਕਤੀ ਹੈ, ਨਾ ਪਤਾ ਲੱਗਣਾ ਜੀ ਇਹ ਪੰਜਾਬ ਦਾ ਵਿਅਕਤੀ ਹੈ। ਸਿੱਖਾਂ ਦੀ ਇੱਕ ਵੱਖਰੀ ਪਛਾਣ ਆ। ਇਹਦੇ ਲਈ ਜੇਕਰ ਆਪਾਂ ਸੁਰੱਖਿਆ ਚਾਹੁੰਦੇ ਹਾਂ ਸਿੱਖ ਭਾਈਚਾਰੇ ਦੇ ਫੌਜੀਆਂ ਦੇ ਲਈ, ਤਾਂ ਫਿਰ ਉਹਦੇ ਲਈ ਇੱਕ ਵੱਖਰੀ ਕੋਈ ਹੋਰ ਤਰੀਕਾ ਅਪਣਾਉਣਾ ਚਾਹੀਦਾ ਵੀ ਸੁਰੱਖਿਆ ਦੇ ਲਿਹਾਜ਼ ਦੇ ਨਾਲ ਭਾਈ ਤੁਹਾਡੇ ਲਈ ਅਸੀਂ ਆਹ ਕੀਤਾ, ਪਰ ਦਸਤਾਰ ਲੁਹਾ ਲਈ ਜਾਵੇ ਤੇ ਟੋਪੀ ਰੱਖ ਦਿੱਤੀ ਜਾਵੇ, ਯਾਨੀ ਕਿ ਲੋਹ ਟੋਪ ਰੱਖ ਦਿੱਤਾ ਜਾਵੇ। ਤੇ ਇਸ ਗੱਲ ਦੇ ਉੱਤੇ ਵਿਵਾਦ ਕਈ ਰਾਜਨੀਤਿਕ ਕਾਰਨਾਂ ਦੇ ਕਰਕੇ, ਕਈ ਧਾਰਮਿਕ ਕਾਰਨਾਂ ਦੇ ਕਰਕੇ, ਆਸਥਾ ਦੇ ਕਾਰਨਾਂ ਕਰਕੇ ਵੀ, ਤੇ ਬਹੁਤ ਸਾਰੇ ਕਾਰਨਾਂ ਦੇ ਕਰਕੇ ਹਾਲੇ ਭਖੂਗਾ। ਸੋ ਇਸ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਕਿ ਸਿੱਖ ਭਾਈਚਾਰੇ ਨੂੰ ਪਤਿਆਉਣ ਦੇ ਵਿੱਚ ਦਿਨ ਰਾਤ ਕੋਸ਼ਿਸ਼ਾਂ ਕਰ ਰਹੀ ਹੈ, ਜਿਹੜੀ ਕਿ ਦਸਤਾਰਧਾਰੀ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਪੰਜਾਬ ਦੇ ਵਿੱਚ ਆਪਣੀ ਮੰਝਧਾਰ ਦੇ ਵਿੱਚ ਫਸੀ ਹੋਈ ਬੇੜੀ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਜੇਕਰ ਇਹ ਮੁੱਦਾ ਭਖ ਗਿਆ ਤਾਂ ਇਸ ਮੁੱਦੇ ਦੇ ਕਰਕੇ ਬੀਜੇਪੀ ਨੂੰ ਇੱਕ ਨਵੀਂ ਚੁਣੌਤੀ ਦਾ ਪੰਜਾਬ ਦੇ ਵਿੱਚ ਸਾਹਮਣਾ ਕਰਨਾ ਪਊਗਾ, ਦੇਸ਼ ਦੇ ਵਿੱਚ ਹੀ ਸਾਹਮਣਾ ਕਰਨਾ ਪਊਗਾ। ਸੋ ਵਕਤ ਨੇ ਬਿਆਨ ਕਰਨਾ ਜੀ ਕਿ ਇਹ ਫੈਸਲਾ ਕੇਂਦਰ ਦੀ ਸਰਕਾਰ ਵਾਪਸ ਲੈਂਦੀ ਹੈ ਕਿ ਨਹੀਂ, ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਵੀ ਸੁਰੱਖਿਆ ਵੀ ਜ਼ਰੂਰੀ ਹੈ ਪਰ ਪਛਾਣ ਵੀ ਜ਼ਰੂਰੀ ਹੈ।
ਨਾ ਅਸੀਂ ਇਹ ਗੱਲ ਕਹਿ ਸਕਦੇ ਵੀ ਭਾਈ ਪਛਾਣ ਆ ਜਿਹੜੀ ਉਹਦਾ ਕੋਈ ਪਰਵਾਹ ਨਹੀਂ ਕਰਦੇ, ਕਿਉਂਕਿ ਪਛਾਣ ਹੈ ਤਾਂ ਤੁਸੀਂ ਹੋ। ਤੇ ਨਾ ਹੀ ਇਹ ਗੱਲ ਕਹਿ ਸਕਦੇ ਵੀ ਸੁਰੱਖਿਆ ਦਾ ਕੀ ਹੈ। ਸੁਰੱਖਿਆ ਜ਼ਰੂਰੀ ਹੈ, ਹੁਣ ਤੱਕ ਜਿਵੇਂ ਚੱਲਦੀ ਸੀ ਉਹਨੂੰ ਵੀ ਧਿਆਨ 'ਚ ਰੱਖੋ ਤੇ ਸੁਰੱਖਿਆ ਦੇ ਲਈ ਕੋਈ ਹੋਰ ਤਰਕੀਬ ਵੀ ਅਪਣਾਓ, ਪਰ ਪੱਗ ਲੁਹਾ ਕੇ ਟੋਪ ਰੱਖ ਦੇਣਾ ਸਿਰ ਦੇ ਉੱਤੇ, ਇਹ ਮੇਰਾ ਖਿਆਲ ਆ ਵੀ ਕਿਸੇ ਨੇ ਛੇਤੀ ਪ੍ਰਵਾਨ ਨਹੀਂ ਕਰਨਾ। ਪੰਜਾਬ ਦੇ ਵਿੱਚ ਰਾਹੁਲ ਗਾਂਧੀ ਦੀ ਯਾਤਰਾ ਬੜੀ ਸੋਹਣੀ ਚੱਲ ਰਹੀ ਆ, ਭਾਵੇਂ ਵਿਰੋਧੀ ਜੋ ਮਰਜ਼ੀ ਕਹਿਣ ਵੀ ਯਾਤਰਾ ਦੇ ਵਿੱਚ ਕੁਝ ਨਹੀਂ, ਯਾਤਰਾ ਕਿਉਂ ਕੱਢੀ ਜਾ ਰਹੀ ਹੈ, ਪੈਦਲ ਚੱਲ ਕੇ ਮਸਲੇ ਹੱਲ ਨਹੀਂ ਹੁੰਦੇਗੇ, ਇੱਕ ਡਰਾਮਾ ਹੈ, ਫਲਾਨਾ ਹੈ, ਟਿੰਗੜਾ ਹੈ। ਪਤਾ ਨਹੀਂ ਸਾਨੂੰ 2024 ਦੇ ਵਿੱਚ ਇਹਦਾ ਕੀ ਅਸਰ ਨਿਕਲਣਾ। ਕਾਂਗਰਸ ਨੂੰ ਵੋਟਾਂ ਪੈਣੀਆਂ ਨਹੀਂ ਪੈਣੀਆਂ, ਘੱਟ ਪੈਣੀਆਂ ਵੱਧ ਪੈਣੀਆਂ, ਕਿੰਨੀਆਂ ਸੀਟਾਂ ਆਉਣੀਆਂ ਕਿੰਨੀਆਂ ਨਹੀਂ ਆਉਣੀਆਂ, ਇਹ ਵੋਟਰ ਦੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਗੱਲ ਸਿਰਫ ਅੱਜ ਦੀ ਕਰਦਾ ਮੈਂ ਵੀ ਇਸ ਯਾਤਰਾ ਨੂੰ ਪੰਜਾਬ ਸਮੇਤ ਭਾਰਤ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਵਿੱਚ ਜ਼ਬਰਦਸਤ ਹੁੰਗਾਰਾ ਮਿਲਿਆ। ਇਸ ਹੁੰਗਾਰੇ ਨੂੰ ਮਿਲਣ ਤੋਂ ਬਾਅਦ ਕਾਂਗਰਸੀ ਵਰਕਰਾਂ ਦਾ ਇੱਕ ਹਿੱਸਾ ਵੀ ਬਾਗੋ ਬਾਗ ਆ। ਇਹ ਵੱਖਰੀ ਗੱਲ ਹੈ ਵੀ ਧੜਿਆਂ ਦੇ ਵਿੱਚ ਵੰਡੀ ਹੋਈ ਕਾਂਗਰਸ ਦਾ ਇਸ ਵੇਲੇ ਇੱਕਦਮ ਮਿਲਾਨ ਹੋਣਾ, ਸਾਰਿਆਂ ਦਾ ਇਕੱਠੇ ਹੋਣਾ ਹੈ ਤਾਂ ਬਹੁਤ ਔਖਾ ਕੰਮ। ਪੰਜਾਬ ਦੇ ਵਿੱਚ ਵੀ ਬੜਾ ਔਖਾ ਕੰਮ ਹੈ, ਕਿਉਂਕਿ ਇਸ ਵੇਲੇ ਸਾਰੇ ਕਾਂਗਰਸੀ ਵਿਧਾਇਕ ਇੱਕ ਮੰਚ ਦੇ ਉੱਤੇ ਨਜ਼ਰ ਨਹੀਂ ਆ ਰਹੇ। ਪੰਜਾਬ ਦੇ ਵਿੱਚ 18 ਕਾਂਗਰਸੀ ਵਿਧਾਇਕ ਆ, ਉਹਦੇ ਵਿੱਚੋਂ 5-7 ਦਾ ਜ਼ਿਕਰ ਆ ਜਿਹੜਾ ਉਹ ਇਸ ਭਾਰਤ ਜੋੜੋ ਯਾਤਰਾ ਦੇ ਵਿੱਚ ਸੁਣਦਾ, ਪਰ ਜਿਹੜੇ ਬਾਕੀ ਉਹ ਬਿਲਕੁਲ ਆਪੋ ਆਪਣੇ ਹਲਕਿਆਂ ਦੇ ਵਿੱਚ ਬੈਠੇ ਆ, ਜਾਂ ਭਾਈ ਉਹ ਬਾਹਰਲੇ ਮੁਲਕ 'ਚ ਗਏ ਆ, ਜਾਂ ਭਾਈ ਉਹ ਢਿੱਲੇ ਮੱਠੇ ਆ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਜਾਂ ਉਹ ਦਿਲਚਸਪੀ ਨਹੀਂ ਲੈਣਾ ਚਾਹੁੰਦੇ, ਜਾਂ ਉਹ ਕਹਿੰਦੇ ਹੋਣਗੇ ਕਿ ਭਾਈ ਸਿਹਰਾ ਤੁਹਾਨੂੰ ਜਾ ਰਿਹਾ, ਅਸੀਂ ਵਿੱਚ ਕਿਉਂ ਆ ਕੇ ਟੰਗ ਫਸਾਂਗੇ। ਸੋ ਉਹਨਾਂ ਦੇ ਸ਼ਾਇਦ ਆਪੋ ਆਪਣੇ ਵਿਚਾਰ ਹੋਣਗੇ, ਪਰ ਉਹ ਉਹਨੇ ਸਰਗਰਮ ਦਿਸਦੇ ਨਹੀਂ। ਪਰ ਫਿਰ ਵੀ ਇਸ ਯਾਤਰਾ ਦੇ ਵਿੱਚ ਆਪ ਮੁਹਾਰੇ ਲੋਕ ਜੁੜ ਰਹੇ ਆ। ਰਾਹੁਲ ਗਾਂਧੀ ਦੀ ਬੰਨੀ ਹੋਈ ਪੱਗ ਦੇ ਉੱਤੇ ਕਈ ਸ਼ਰੀਕ ਵਿਵਾਦ ਪੈਦਾ ਕਰਦੇ ਆ। ਕਈ ਇਹ ਵੀ ਗੱਲ ਕਹਿੰਦੇ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਰਾਹੁਲ ਗਾਂਧੀ ਇੰਨੀ ਠੰਡ ਦੇ ਵਿੱਚ ਪੈਦਲ ਕਿਵੇਂ ਤੁਰ ਲਿਆ ਬਈ, ਉਹਨੇ ਨੰਗੇ ਪੈਰੀ ਕਿਵੇਂ ਤੁਰ ਲਿਆ ਬਈ, ਇਹ ਤਾਂ ਜੀ ਇਹਨੇ ਕੁਛ ਖਾਧਾ। ਇਹ ਕੋਈ ਗੱਲ ਆ? ਇਹ ਕੋਈ ਤੁੱਕ ਆ? ਉਹ ਚੱਪਲਾਂ ਪਾਵੇ, ਉਹ ਜਰਾਬਾਂ ਪਾਵੇ, ਉਹ ਬੂਟ ਪਾਵੇ, ਉਹ ਨੰਗੇ ਪੈਰੀਂ ਜਾਵੇ, ਉਹ ਅੱਧੀ ਬਾਂਹ ਵਾਲੀ ਸ਼ਰਟ ਪਾਵੇ, ਉਹ ਕੋਟੀ ਪਾਵੇ, ਉਹ ਬਨੈਣ ਪਾਵੇ, ਇਹ ਤਾਂ ਕੋਈ ਮੁੱਦਾ ਹੀ ਨਹੀਂਗਾ। ਇਹ ਕੋਈ ਦੇਸ਼ ਦਾ ਮੁੱਦਾ ਨਹੀਂ, ਇਹ ਵਿਅਕਤੀ ਵਿਸ਼ੇਸ਼ ਦਾ ਆਪਣਾ ਨਿੱਜੀ ਮੁੱਦਾ ਵੀ ਭਾਈ ਉਹਨੂੰ ਠੰਡ ਲੱਗਦੀ ਹੈ ਕਿ ਨਹੀਂ ਲੱਗਦੀ। ਨਹੀਂ ਲੱਗਦੀ ਵਾਲਾ ਨਹੀਂ ਪਾਉਂਦਾ, ਜਦੋਂ ਲੱਗਦੀ ਹੋਈ ਬੰਦਾ 2 ਕੋਟੀਆਂ ਪਾ ਲੂਗਾ, ਇਹ ਉਹਦੀ ਆਪਣੀ ਮਰਜ਼ੀ ਆ। ਇਹ ਸਾਡੇ ਭਾਰਤ ਦੇ ਵਿੱਚ ਵਿਹਲੜ ਰਾਜਨੀਤਿਕ ਲੋਕਾਂ ਦੇ ਵੱਲੋਂ ਬੇਲੋੜੇ ਮੁੱਦੇ ਖੜੇ ਕੀਤੇ ਜਾਂਦੇ ਆ। ਪਰ ਲੰਘੇ ਕੱਲ ਰਾਹੁਲ ਗਾਂਧੀ ਸਮਰਾਲੇ ਤੇ ਲੁਧਿਆਣੇ ਦੇ ਵਿੱਚ ਪਹੁੰਚੇ। ਲੁਧਿਆਣਾ ਦੇ ਵਿੱਚ ਉਹਨਾਂ ਨੇ ਇੰਡਸਟਰੀ ਨਾਲ ਜੁੜੇ ਹੋਏ, ਵਪਾਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਐਡਰੈਸ ਕੀਤਾ ਜਾਂ ਸੰਬੋਧਨ ਕੀਤਾ ਕਹਿ ਲਈਏ। ਉਹਨਾਂ ਨੇ ਇਹ ਗੱਲ ਕਹੀ ਹੈ ਕਿ GST ਤੇ ਨੋਟਬੰਦੀ ਦੇ ਕਰਕੇ ਇੱਥੋਂ ਦਾ ਕਾਰੋਬਾਰ, ਲੁਧਿਆਣੇ ਦਾ ਕਾਰੋਬਾਰ ਬਹੁਤ ਮੰਦਾ ਪੈ ਗਿਆ। ਲੁਧਿਆਣੇ ਦੀ ਕਿਸੇ ਵੇਲੇ ਤੂਤੀ ਬੋਲਦੀ ਹੁੰਦੀ ਸੀ, ਇਹ ਫੇਰ ਬੋਲੂਗੀ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਗੱਲ ਕਹੀ ਆ ਕਿ ਰਾਹੁਲ ਗਾਂਧੀ ਦੇ ਵਿੱਚ ਮੈਚਿਓਰਿਟੀ, ਯਾਨੀ ਕਿ ਹੁਣ ਸਮਝਦਾਰੀ ਦੀ ਕੱਲੀ ਗੱਲ ਦੇਖਣ ਨੂੰ ਮਿਲ ਰਹੀ ਆ। ਹੁਣ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਵੀ ਰਾਹੁਲ ਗਾਂਧੀ ਨੇ ਪੱਪੂ ਸ਼ਬਦ ਆਪਣੀ ਮਿਹਨਤ ਦੇ ਨਾਲ ਲਾਤਾ। ਹੁਣ ਇਹ ਵੀ ਗੱਲ ਚੁਣੌਤੀ ਦੇ ਰੂਪ ਦੇ ਵਿੱਚ ਹੈ ਵੀ ਚਲੋ ਰਾਹੁਲ ਗਾਂਧੀ ਨੇ ਤਾਂ ਪੈਦਲ ਯਾਤਰਾ ਸ਼ੁਰੂ ਕਰਤੀ, ਜਿਹੜਾ ਵੀ ਸ਼ਰੀਕੇ ਭਾਈਚਾਰੇ ਵਾਲਾ ਬੰਦਾ ਇਹ ਗੱਲ ਕਹਿੰਦਾ ਵੀ ਤਾਂ ਐਵੇਂ ਹੀ ਆ, ਚਲੋ ਉਹ ਵੀ ਸ਼ੁਰੂ ਕਰਕੇ ਦਿਖਾ ਦੇਵੇ, ਉਹ ਵੀ ਇਵੇਂ ਲੋਕਾਂ ਦੇ ਵਿੱਚ ਜਾਵੇ, ਉਹ ਇਵੇਂ ਇਕੱਠ ਕਰਕੇ ਦਿਖਾਵੇ, ਉਹ ਇੰਨਾ ਪੈਦਲ ਤੁਰੇ ਆਪਾਂ ਤਾਂ ਮੰਨੀਏ। ਸੋ ਵਕਤ ਦੱਸੂਗਾ ਜੀ ਕਿ ਇਸ ਯਾਤਰਾ ਦੇ ਕੀ ਅਸਰ ਨਿਕਲਦੇ ਆ, ਇਹਦਾ ਕੀ ਪ੍ਰਭਾਵ ਪੈਂਦਾ, ਪੰਜਾਬ ਦੇ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ, ਪੂਰੇ ਭਾਰਤ ਦੇ ਵਿੱਚ ਕਾਂਗਰਸ ਪੈਰਾਂ ਅਸਰ ਹੁੰਦੀ ਹੈ ਕਿ ਨਹੀਂ ਹੁੰਦੀ। ਪਰ ਪਹਿਲ ਪਲੱਕੜਾ ਪ੍ਰਭਾਵ ਇਸ ਯਾਤਰਾ ਦਾ ਬੜਾ ਚੰਗਾ ਜਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਪੰਜਾਬ ਦੇ ਵਿੱਚ ਕੱਲ੍ਹ ਦੂਜਾ ਦਿਨ ਸੀ ਤੇ ਲੰਘੇ ਕੱਲ੍ਹ ਵੀਰਵਾਰ ਨੂੰ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇ ਅਰਬਪਤੀ ਇਸ ਦੇਸ਼ ਨੂੰ ਰੁਜ਼ਗਾਰ ਨਹੀਂ ਦੇ ਸਕਦੇ, ਲੁਧਿਆਣਾ ਦੇ ਛੋਟੇ ਮੱਧਮ ਉਦਯੋਗ ਇਸ ਦੇਸ਼ ਨੂੰ ਰੁਜ਼ਗਾਰ ਦੇ ਸਕਦੇ ਨੇ। ਉਹ ਮਜ਼ਬੂਤ ਹੋਣਗੇ ਤਾਂ ਲੁਧਿਆਣਾ ਚੀਨ ਦਾ ਵੀ ਮੁਕਾਬਲਾ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਪਿਆਰ ਤੇ ਮੁਹੱਬਤ ਪੰਜਾਬ ਦਾ ਸੱਭਿਆਚਾਰ ਹੈ। ਇੱਥੇ ਹਿੰਸਾ, ਨਫ਼ਰਤ ਤੇ ਡਰ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਤੁਹਾਨੂੰ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਜਪਾ ਉੱਤੇ ਦੇਸ਼ ਦੇ ਵਿੱਚ ਡਰ ਤੇ ਨਫ਼ਰਤ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਰਤ ਭਾਈਚਾਰਾ, ਏਕਤਾ ਤੇ ਸਨਮਾਨ ਦੇ ਵਿੱਚ ਯਕੀਨ ਰੱਖਦਾ ਹੈ ਤੇ ਇਹੀ ਕਾਰਨ ਹੈ ਕਿ ਭਾਰਤ ਜੋੜੋ ਯਾਤਰਾ ਸਫਲ ਹੋ ਰਹੀ ਹੈ। ਰਾਹੁਲ ਗਾਂਧੀ ਨੇ ਇਹ ਗੱਲ ਭਾਰਤ ਜੋੜੋ ਯਾਤਰਾ ਪੰਜਾਬ ਦੀ ਸ਼ੁਰੂਆਤ ਤੋਂ ਪਹਿਲਾਂ ਸਰਹੰਦ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੀ ਸੀ। ਉਹਨਾਂ ਨੇ ਕਿਹਾ ਕਿ ਇਸ ਦੌਰੇ ਦੌਰਾਨ ਉਹ ਕਿਸਾਨਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਨੌਜਵਾਨਾਂ ਨਾਲ ਗੱਲਬਾਤ ਕਰਕੇ ਬਹੁਤ ਕੁਝ ਸਿੱਖ ਰਹੇ ਨੇ। ਤੁਸੀਂ ਸਾਨੂੰ ਆਪਣੀ ਤਾਕਤ ਦਿੱਤੀ ਤੇ ਅਸੀਂ ਸੂਬੇ ਦੇ ਵਿੱਚ 10 ਦਿਨਾਂ ਤੱਕ ਤੁਹਾਡੇ ਨਾਲ ਗੱਲ ਕਰਾਂਗੇ। ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਬੁੱਧਵਾਰ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਮੱਥਾ ਟੇਕਿਆ ਸੀ। ਫਿਰ ਉਹ ਰੋਜ਼ਾ ਸ਼ਰੀਫ ਦਰਗਾਹ ਦੇ ਉੱਤੇ ਵੀ ਗਏ ਸਨ। ਇੱਥੇ ਵੀ ਦੱਸਣਾ ਬਣਦਾ ਕਿ ਇਹ ਯਾਤਰਾ ਜਿਹੜੀ ਇਹ ਸ਼੍ਰੀਨਗਰ ਦੇ ਵਿੱਚ ਸਮਾਪਤ ਹੋਏਗੀ। ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ 7 ਸਤੰਬਰ ਨੂੰ ਸ਼ੁਰੂ ਹੋਈ ਤੇ 30 ਜਨਵਰੀ ਤੱਕ ਸ਼੍ਰੀਨਗਰ ਪਹੁੰਚ ਕੇ ਸਮਾਪਤ ਹੋਵੇਗੀ। ਇਹ ਪੈਦਲ ਯਾਤਰਾ ਹੁਣ ਤੱਕ ਤਾਮਿਲਨਾਡੂ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਹੋ ਕੇ ਲੰਘ ਚੁੱਕੀ ਹੈ ਤੇ ਇਸ ਯਾਤਰਾ ਦੇ ਰਾਹੀਂ ਕਾਂਗਰਸ ਆਪਣਾ ਮੁੜ ਭਾਰਤ ਦੇ ਲੋਕਾਂ ਦੇ ਵਿੱਚ ਉਭਾਰ ਕਰਨ ਦੀ ਇੱਛੁਕ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਜਦੋਂ ਕਾਂਗਰਸ ਧੜਿਆਂ ਦੇ ਵਿੱਚ ਵੰਡੀ ਆ, ਉਸ ਵੇਲੇ ਰਾਹੁਲ ਗਾਂਧੀ ਦੀ ਇਹ ਯਾਤਰਾ ਸਾਰਿਆਂ ਨੂੰ ਏਕੇ ਦੇ ਵਿੱਚ ਕਿੰਨਾ ਕੁ ਬੰਨ੍ਹ ਕੇ ਜਾਂਦੀ ਆ, ਇਹ ਤਾਂ ਆਉਣ ਵਾਲੇ ਵਕਤ ਨੇ ਆਪੇ ਤੈਅ ਕਰ ਦੇਣਾ। ਪਰ ਬੜੀ ਸਾਫ਼ ਤੇ ਸਪਸ਼ਟ ਗੱਲ ਇਹ ਆ ਵੀ ਰਾਹੁਲ ਗਾਂਧੀ ਦੀ ਇਸ ਯਾਤਰਾ ਨੂੰ ਵੀ ਹੁੰਗਾਰਾ ਸੋਹਣਾ ਮਿਲ ਰਿਹਾ, ਤੇ ਇਹ ਵੀ ਪਤਾ ਲੱਗਾ ਜੀ ਕਿ ਪੰਜਾਬ ਦੇ 2 ਸੀਨੀਅਰ ਕਾਂਗਰਸੀ ਆਗੂ ਜਿਹੜੇ ਕਿ ਕਾਂਗਰਸ ਦੀ ਹਾਰ ਤੋਂ ਬਾਅਦ, ਜਿਹੜੇ ਕਿ ਸਰਕਾਰ ਖੁੱਸਣ ਤੋਂ ਬਾਅਦ ਪਲਟੀ ਮਾਰ ਕੇ ਹੋਰ ਪਾਰਟੀ ਦੇ ਵਿੱਚ ਚਲੇ ਗਏ ਆ, ਉਹ ਵੀ ਕਾਂਗਰਸ ਦੇ ਦੁਬਾਰਾ ਸੰਪਰਕ ਦੇ ਵਿੱਚ ਆ। ਸ਼ਾਇਦ ਉਹ ਦੁਬਾਰਾ ਆਪਣੀ ਘਰ ਵਾਪਸੀ ਕਰ ਲੈਣ, ਇਹਦੇ ਬਾਰੇ ਵੀ ਕਨਸੂਆਂ ਪ੍ਰਾਪਤ ਹੋ ਰਹੀਆਂ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਰਾਹੁਲ ਗਾਂਧੀ ਲੰਘੇ ਕੱਲ੍ਹ ਲੁਧਿਆਣੇ ਦੇ ਵਿੱਚ ਸੰਬੋਧਨ ਕਰਕੇ ਵਾਪਸ ਦਿੱਲੀ ਚਲੇ ਗਏ ਆ। ਉਹਦਾ ਕਾਰਨ ਇਹ ਆ ਕਿ 13 ਤਰੀਕ ਯਾਨੀ ਕਿ ਅੱਜ ਲੋਹੜੀ ਦੇ ਦਿਨ ਇਸ ਯਾਤਰਾ ਨੇ ਨਹੀਂ ਚੱਲਣਾ, ਕਿਉਂਕਿ ਅੱਜ ਦਾ ਦਿਨ ਛੁੱਟੀ ਕੀਤੀ ਗਈ ਸੀ। ਅੱਜ ਕਿਸੇ ਵੀ ਪਾਸੇ ਪੈਦਲ ਨਹੀਂ ਤੁਰਿਆ ਜਾਣਾ। ਇਹ 12 ਤਰੀਕ ਦੀ ਸਮਾਪਤੀ ਤੋਂ ਬਾਅਦ 14 ਤਰੀਕ ਦੀ ਸਵੇਰ ਨੂੰ ਸ਼ੁਰੂ ਹੋਣੀ ਸੀ। ਪਹਿਲੇ ਰੂਟ ਪਲਾਨ ਇਹਦਾ ਕੀਤਾ ਹੋਇਆ। ਸੋ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਵੀ ਆ, ਇਸ ਕਰਕੇ ਰਾਹੁਲ ਗਾਂਧੀ ਜਨਮ ਦਿਨ ਦੇ ਵਿੱਚ ਹਾਜ਼ਰ ਹੋਣ ਦੇ ਲਈ ਦਿੱਲੀ ਦੇ ਵਿੱਚ ਵਾਪਸ ਚਲੇ ਗਏ ਆ। ਹੁਣ ਉਹ 14 ਤਰੀਕ ਦੀ ਸਵੇਰ ਨੂੰ ਪੰਜਾਬ ਦੇ ਵਿੱਚ ਵਾਪਸ ਆਉਣਗੇ ਤੇ ਫਿਰ ਯਾਤਰਾ ਨੂੰ ਮੁਕੰਮਲ ਕਰਨਗੇ। ਫਿਰ 4-5 ਦਿਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲਾਉਣਗੇ। ਸੋ ਕਹਿਣ ਦਾ ਭਾਵ ਇਹ ਆ ਕਿ ਰਾਹੁਲ ਗਾਂਧੀ ਨੂੰ ਇਸ ਵੇਲੇ ਆਪ ਮੁਹਾਰੇ ਜਿਹੜਾ ਹੁੰਗਾਰਾ ਮਿਲ ਰਿਹਾ, ਉਹਦੇ ਤੋਂ ਪਾਰਟੀ ਬਾਗੋ ਬਾਗ ਆ। ਉਹਦੇ ਤੋਂ ਪਾਰਟੀ ਦੇ ਆਗੂ ਇਹ ਮਹਿਸੂਸ ਕਰਨ ਲੱਗ ਪਏ ਆ ਵੀ ਜੇਕਰ ਹੰਭਲਾ ਮਾਰਿਆ ਜਾਵੇ, ਸ਼ਾਇਦ ਸਾਡੇ ਪੈਰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਦੁਬਾਰਾ ਫੇਰ ਲੱਗ ਜਾਣ। ਤੇ ਗੱਲ ਇਹ ਅਸਲ ਦੇ ਵਿੱਚ ਕਿ ਪੈਰ ਉਹਦੇ ਹੀ ਲੱਗਣੇ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ, ਕਿਉਂਕਿ ਵੋਟਾਂ ਤੋਂ ਵੱਡਾ ਤਾਂ ਕੋਈ ਹੋਰ ਤੋਲ ਤੁਕਾਂਤ ਹੈ ਨਹੀਂਗਾ, ਹੋਰ ਤਾਂ ਕੋਈ ਤਕੜੀ ਦੇ ਵਿੱਚ ਵੱਟਾ ਪੈਣ ਵਾਲਾ ਹੈ ਨਹੀਂਗਾ। ਸੋ ਜੇ ਤਾਂ ਭਾਈ ਵੋਟਾਂ ਪੈਂਦੀਆਂ ਉਹਦੇ ਸਮੇਂ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਇਹ ਰੈਲੀਆਂ 'ਚ ਇਕੱਠੇ ਹੁੰਦੇ ਲੋਕ ਕਨਵਰਟ ਹੁੰਦੇ ਆ, ਤਾਂ ਭਾਈ ਕਾਂਗਰਸ ਬਾਗੋ ਬਾਗ ਹੋਊਗੀ ਤੇ ਕਾਂਗਰਸ ਦੀ ਬੱਲੇ ਬੱਲੇ ਹੋਊਗੀ। ਨਹੀਂ ਤਾਂ ਹਾਲੇ 1.5 ਸਾਲ ਦਾ ਵਕਤ ਪਿਆ, 2024 ਦੀਆਂ ਤਿਆਰੀਆਂ ਜ਼ੋਰਾਂ ਦੇ ਉੱਤੇ ਹੁਣੇ ਤੋਂ। ਤੇ ਪਰ ਕਾਂਗਰਸ ਨੇ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਨੇ ਪੱਪੂ ਸ਼ਬਦ ਨਾਲੋਂ ਲਾਉਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਹੈ। ਰਾਹੁਲ ਗਾਂਧੀ ਨੇ ਇੱਕ ਮੈਚਿਓਰ ਵਿਅਕਤੀ ਦੇ ਤੌਰ ਦੇ ਉੱਤੇ ਪਛਾਣ ਇਸ ਯਾਤਰਾ ਦੇ ਰਾਹੀਂ ਬਣਾਈ ਹੈ। ਹੁਣ ਹੋਰ ਜੋ ਮਰਜ਼ੀ ਕਹਿ ਜਾਵੇ, ਪਰ ਕੱਲ੍ਹ ਨੂੰ ਕੋਈ ਸ਼ਰੀਕ ਭਾਈਚਾਰੇ ਵਾਲਾ ਉੱਠ ਕੇ ਨਹੀਂ ਗੱਲ ਕਹੂਗਾ ਰਾਹੁਲ गांधी को तो समझ ही नहीं है, राहुल गांधी को तो बोलने का तरीका ही नहीं है, राहुल गांधी तो एक बच्चा है, वो तो पप्पू है, वो तो अनजान है, वो तो नादान है। ਉਹਨੇ ਤੁਰ ਕੇ ਸਮਝ ਕੇ ਜਿਹੜੀ ਵੀ ਗੱਲ ਮੂੰਹ ਦੇ ਵਿੱਚੋਂ ਕੱਢੀ ਹੈ, ਲੋਕ ਹਾਲ ਦੀ ਘੜੀ ਉਹਦੇ ਤੋਂ ਪ੍ਰਭਾਵਿਤ ਹੋ ਰਹੇ ਆ। ਲੰਘ ਕੱਲ੍ਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੂਬੇ ਦੀ ਸਰਕਾਰ ਨੂੰ ਘੁਰਕੀ ਮਾਰੀ ਗਈ ਹੈ। ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਉੱਤੇ ਫਿਰ ਕਿਸਾਨ ਬੈਠੇ ਆ, ਇਹ ਟੋਲ ਪਲਾਜ਼ੇ ਵਿਹਲੇ ਕਰਵਾਏ ਜਾਣ ਤੇ ਟੋਲ ਪਲਾਜ਼ਿਆਂ ਦੇ ਕੰਮ ਦੇ ਵਿੱਚ ਵਿਘਨ ਨਾ ਪਵੇ। ਇਹਦਾ ਕਾਰਨ ਇਹ ਜੀ ਕਿ ਪੰਜਾਬ ਦੇ ਵਿੱਚ 15 ਦਸੰਬਰ ਤੋਂ 13 ਟੋਲ ਪਲਾਜ਼ਿਆਂ ਦੇ ਉੱਤੇ ਕਿਸਾਨ ਬੈਠੇ ਆ, ਜਿਹਦੇ ਕਰਕੇ ਉੱਥੇ ਪਰਚੀ ਇੱਕ ਪੰਜੀ ਦੀ ਨਹੀਂ ਲੱਗ ਰਹੀ, ਜਿਹਦੇ ਕਰਕੇ ਟੋਲ ਪਲਾਜ਼ਿਆਂ ਦੇ ਪ੍ਰਬੰਧਕ ਇਹ ਗੱਲ ਕਹਿੰਦੇ ਕਿ ਆਰਥਿਕ ਤੌਰ ਦੇ ਉੱਤੇ ਅਸੀਂ ਲੁੱਟੇ ਪੁੱਟੇ ਗਏ ਆ। ਉਹ ਇਹ ਗੱਲ ਕਹਿੰਦੇ ਜੀ ਕਿ 1.25 ਸਾਲ ਪਹਿਲਾਂ ਟੋਲ ਪਲਾਜ਼ੇ ਬੰਦ ਰਹੇ, ਹੁਣ ਫਿਰ ਕਿਸਾਨ ਬੈਠ ਜਾਂਦੇ, ਅਸੀਂ ਜਾਗੇ ਤਾਂ ਜਾਗੇ ਕਿੱਥੇ। ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜੇ ਇਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਟੋਲ ਪਲਾਜ਼ੇ ਤੇ ਧਰਨੇ ਸ਼ੁਰੂ ਕੀਤੇ ਗਏ ਆ, 15 ਦਸੰਬਰ ਤੋਂ ਬੈਠੇ ਆ, 15 ਜਨਵਰੀ ਤੱਕ ਇਹਨਾਂ ਨੇ ਬਹਿਣਾ। ਉਸ ਤੋਂ ਬਾਅਦ ਅਗਲੀ ਯੋਜਨਾ ਉਲੀਕਣਗੇ, ਪਰ 15 ਜਨਵਰੀ ਨੂੰ ਇਹਨਾਂ ਨੇ ਉੱਠ ਖੜਨਾ। ਪਰ ਜਿਹੜੀ ਹੈਗੀ ਆ ਨੈਸ਼ਨਲ ਹਾਈਵੇ ਅਥਾਰਟੀ, ਉਹਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਭਾਈ ਕਿਸਾਨ ਉਠਾਏ ਜਾਣ। ਤੇ ਕਿਸਾਨਾਂ ਨੇ ਦੋ ਟੁਕੇ ਗੱਲ ਕਹੀ ਹੈ ਲੰਘੇ ਕੱਲ੍ਹ ਵੀ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਇੱਕ ਟੈਕਸ ਵਾਲਾ ਕੰਮ ਨਹੀਂ ਸ਼ੁਰੂ ਕਰਦੀ, ਉਨੀ ਦੇਰ ਤੱਕ ਅਸੀਂ ਇਵੇਂ ਸੰਘਰਸ਼ ਜਾਰੀ ਰੱਖਣਾ। ਉਹਨਾਂ ਨੇ ਕਿਹਾ ਵੀ ਜੇਕਰ ਕੋਈ ਵੀ ਵਿਅਕਤੀ ਏਜੰਸੀ ਦੇ ਵਿੱਚੋਂ ਗੱਡੀ ਲੈਂਦਾ, ਭਾਵੇਂ ਮੋਟਰਸਾਈਕਲ ਲਓ, ਕਾਰ ਲਓ, ਜੀਪ ਲਓ, ਕੁਛ ਹੋਰ ਲਓ, ਤੁਹਾਨੂੰ ਰੋਡ ਟੈਕਸ ਦੇਣਾ ਪੈਂਦਾ। ਇਹ ਹਜ਼ਾਰਾਂ 'ਚ ਵੀ ਹੋ ਸਕਦਾ, ਲੱਖਾਂ ਦੇ ਵਿੱਚ ਵੀ ਹੋ ਸਕਦਾ। ਜਦੋਂ ਤੁਸੀਂ ਗੱਡੀ ਲੈ ਲਈ, ਉੱਥੇ ਟੈਕਸ ਦਿੱਤਾ, ਰੋਡ ਟੈਕਸ। ਜਦੋਂ ਗੱਡੀ ਕੱਢ ਕੇ ਏਜੰਸੀ ਦੇ ਵਿੱਚੋਂ ਤੁਸੀਂ ਸੜਕ 'ਤੇ ਪਾ ਲਈ, ਤੇ ਫਿਰ ਥੋੜ੍ਹੀ ਕੁ ਦੂਰ ਬਾਅਦ ਟੋਲ ਪਲਾਜ਼ਾ ਆ ਜਾਂਦਾ, ਫਿਰ ਨਵਾਂ ਟੈਕਸ ਦਿਓ। ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਦੋਵਾਂ ਦੇ ਵਿੱਚੋਂ ਇੱਕ ਟੈਕਸ ਲਾਗੂ ਕੀਤਾ ਜਾਵੇ, ਜਾਂ ਤਾਂ ਰੋਡ ਟੈਕਸ ਬੰਦ ਕੀਤਾ ਜਾਵੇ, ਜੇ ਉਹ ਲੈਣਾ ਫਿਰ ਟੋਲ ਟੈਕਸ ਬੰਦ ਕੀਤਾ ਜਾਵੇ, ਜੇ ਟੋਲ ਟੈਕਸ ਲੈਣਾ ਫਿਰ ਰੋਡ ਟੈਕਸ ਬੰਦ ਕਰ ਦਿਓ। ਦੋਵਾਂ ਦੇ ਵਿੱਚੋਂ ਇੱਕ ਟੈਕਸ ਰੱਖੋ, ਨਹੀਂ ਤਾਂ ਅਸੀਂ ਇਵੇਂ ਸੜਕਾਂ ਦੇ ਉੱਤੇ ਬੈਠੇ ਰਹਿਣਾ। ਤੇ ਗੱਲ ਤਾਂ ਆਪਣੀ ਥਾਂ ਤੇ ਸਹੀ ਵੀ ਆ, ਦੋ ਟੈਕਸ ਕਿਹੜੀ ਗੱਲੋਂ। ਸਰਕਾਰਾਂ ਦਾ ਕੰਮ ਹੁੰਦਾ ਸੜਕਾਂ ਨੂੰ ਬਣਾਉਣਾ, ਸੰਵਾਰਨਾ, ਤੇ ਆਪਾਂ ਅੱਗੇ ਨਿੱਜੀ ਘਰਾਣਿਆਂ ਨੂੰ ਦਿੱਤੀਆਂ ਤੇ ਉਹ ਸੜਕਾਂ ਦੇ ਉੱਤੇ ਆਪਦੇ ਅੱਡੇ ਗੱਡ ਕੇ ਬੈਠੇ ਤੇ ਮਰਜ਼ੀ ਦੇ ਮੁਤਾਬਕ ਉਹ ਜੇਬਾਂ ਕੱਟਦੇ ਆ। ਤੇ ਫਿਰ ਸਰਕਾਰ ਦਾ ਕੰਮ ਕੀ ਆ? ਕਦੇ ਕਦੇ ਹੈਰਾਨੀ ਹੁੰਦੀ ਆ, ਹਸਪਤਾਲ ਇਸ ਵੇਲੇ ਸਰਕਾਰੀ ਨਹੀਂ ਪ੍ਰਾਈਵੇਟ ਚੱਲਦੇ ਆ, ਸੜਕਾਂ ਇਸ ਵੇਲੇ ਪ੍ਰਾਈਵੇਟ ਚੱਲਦੀਆਂ, ਬਾਕੀ ਜਿਹੜੇ ਅਦਾਰੇ ਇਸ ਵੇਲੇ ਟੈਲੀਫੋਨ ਅਦਾਰੇ ਉਹ ਪ੍ਰਾਈਵੇਟ ਚੱਲਦੇ ਆ, ਵੱਖ-ਵੱਖ ਮੋਬਾਈਲ ਕੰਪਨੀਆਂ ਆ ਗਈਆਂ। ਜੇ ਆਪਾਂ ਗੱਲ ਕਰਦੇ ਹਾਂ ਵੀ ਸਕੂਲ ਤਾਂ ਉਹ ਵੀ ਪ੍ਰਾਈਵੇਟ ਚੱਲਦੇ ਆ, ਹੋਰ ਜਿਹੜੀਆਂ ਰੇਲਾਂ ਉਹ ਵੀ ਪ੍ਰਾਈਵੇਟ ਕਰਨ ਦੀ ਤਿਆਰੀ ਆ, ਕਹਿੰਦੇ ਇਹ ਕਨਸੂਆਂ ਮਿਲਦੀਆਂ। ਕਹਿੰਦੇ ਆ ਵੀ ਭਾਈ ਇਸ ਵੇਲੇ ਡਾਕ ਘਰ ਵੀ ਜਿਹੜਾ ਘਾਟੇ ਦੇ ਵਿੱਚ ਜਾ ਰਿਹਾ, ਉਹਦੇ ਬਾਰੇ ਵੀ ਪਤਾ ਨਹੀਂ ਕੀ ਫੈਸਲਾ ਕਰਨ। ਏਅਰ ਇੰਡੀਆ ਜਿਹੜੀ ਉਹ ਨਿੱਜੀ ਹੱਥਾਂ ਦੇ ਵਿੱਚ ਚਲੀ ਗਈ ਹੈ। ਭਾਰਤ ਦੇ ਵਿੱਚ ਸਰਕਾਰੀ ਆਉਂਦੇ ਸਮੇਂ ਦੇ ਵਿੱਚ ਰਹੂਗਾ ਕੀ? ਸਵਾਲਾਂ ਦਾ ਸਵਾਲ ਇਹ ਆ। ਅਸੀਂ ਚੁਣਦੇ ਸਰਕਾਰ ਵੀ ਸਰਕਾਰ ਲੋਕ ਮਸਲੇ ਹੱਲ ਕਰੂ, ਤੇ ਸਰਕਾਰ ਭਾਰਤ ਨੂੰ ਠੇਕੇ ਤੇ ਦੇਈ ਜਾਂਦੀ, ਬੰਦਾ ਜਾਊ ਤਾਂ ਜਾਊ ਕਿੱਥੇ, ਕਰੂ ਤਾਂ ਕੀ ਕਰੂਗਾ। ਸੋ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਭਾਈ ਕੀ ਮੋੜ ਆਉਣਾ। ਪਰ ਜਾਂਦੇ ਜਾਂਦੇ ਜਿਹੜੇ ਵੀ ਦੁਨੀਆ ਭਰ ਦੇ ਵਿੱਚ ਸਾਡੇ ਪੰਜਾਬੀ ਪਿਆਰੇ ਬੈਠੇ ਆ,
ਜਿਹੜੇ ਕਿ ਦੁੱਲੇ ਭੱਟੀ ਦੇ ਆਸ਼ਿਕ ਆ, ਉਹਨਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਇਹ ਲੋਹੜੀ ਦੀਆਂ ਮੁਬਾਰਕਾਂ ਇਸ ਕਰਕੇ ਆ ਕਿਉਂਕਿ ਅਸੀਂ ਅਣਖਾਂ ਦੀ ਗੱਲ ਕਰਨ ਵਾਲੇ ਲੋਕ ਆ ਤੇ ਦੁੱਲਾ ਭੱਟੀ ਇੱਕ ਅਣਖੀ ਬੰਦਾ ਸੀ ਜਿਹਨੇ ਕਿ ਸੁੰਦਰੀ ਤੇ ਮੁੰਦਰੀ ਦਾ ਵਿਆਹ ਕਰਵਾਇਆ। ਹਾਲਾਂਕਿ ਅੱਜ ਦੇ ਸਮਾਜ ਦੇ ਵਿੱਚ ਦੁੱਲੇ ਭੱਟੀ ਲੱਭਣੇ ਕੋਈ ਸੌਖਾ ਕੰਮ ਨਹੀਂਗਾ। ਅੱਜ ਦੇ ਸਮਾਜ ਦੇ ਵਿੱਚ ਦੁੱਲੇ ਭੱਟੀ ਲੱਭਦੇ ਬਹੁਤ ਘੱਟ ਹੈਗੇ ਆ, ਬੀਜ ਦਾ ਨਾਸ਼ ਨਹੀਂ ਹੋਇਆ, ਪਰ ਦੁੱਲੇ ਭੱਟੀਆਂ ਦੀ ਗਿਣਤੀ ਘਟ ਗਈ ਆ ਅੱਜ ਦੀ ਤਰੀਕੇ ਦੇ ਵਿੱਚ ਜੋ ਕੁਝ ਚੱਲਦਾ। ਸੋ ਲੋਹੜੀ ਦੇ ਮੌਕੇ ਆਪਾਂ ਇਸ ਗੱਲ ਦਾ ਅਹਿਦ ਕਰੀਏ ਕਿ ਭਾਈ ਦਲਿੱਦਰ ਜਾਵੇ ਤੇ ਈਸ਼ਰ ਆਵੇ। ਲੋਹੜੀ ਦੇ ਮੌਕੇ ਅਹਿਦ ਕਰੀਏ ਕਿ ਭਾਈ ਅਸੀਂ ਗੁੜ ਦੀ ਰੋੜੀ ਵਾਲਾ ਜਿਹੜਾ ਤਿਉਹਾਰ ਲੋਹੜੀ ਆ, ਇਹਨੂੰ ਅਸੀਂ ਖੁਸ਼ੀਆਂ ਦੇ ਨਾਲ, ਪਿਆਰ ਦੇ ਨਾਲ, ਮੁਹੱਬਤ ਦੇ ਨਾਲ, ਸਾਂਝ ਦੇ ਨਾਲ, ਅਣਖ ਦੇ ਨਾਲ, ਗੈਰਤ ਦੇ ਨਾਲ ਮਨਾਉਣਾ। ਸੋ ਬਹੁਤ ਬਹੁਤ ਭਾਈ ਤੁਹਾਨੂੰ ਮੁਬਾਰਕਾਂ। ਤੁਸੀਂ ਜ਼ਿੰਦਾਬਾਦ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਪਰ ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।